ਸਤਿ ਸ਼੍ਰੀ ਅਕਾਲ ਜੀ। ਤੁਹਾਡੀ ਰਾਣੀ ਮਹਲ ਫਿਰ ਇੱਕ ਵਾਰ ਰੂਬਰੂ ਹੋ ਰਹੀ ਹੈ ਤੁਹਾਡੇ ਨਾਲ। ਇਸ ਟਾਈਮ ਮੈਂ ਲੈ ਕੇ ਆ ਰਹੀ ਹਾਂ ਪਰਸਨਲ ਲਾਈਫ ਹਸਬੈਂਡ ਵਾਈਫ, ਜਦ ਕਿ ਮੈਂ ਆਪਣੀ ਵੀ ਗ੍ਰਸਤੀ ਦੇ ਵਿੱਚ ਇੱਕ ਵਾਈਫ ਆ, ਇੱਕ ਮਾਂ ਆ, ਇੱਕ ਡਾਟਰ ਵੀ, ਇੱਕ ਡਾਟਰ ਇਨ ਲਾ ਵੀ ਹੈਗੀ ਆ। ਇਸੇ ਤਰ੍ਹਾਂ ਹਰ ਇੱਕ ਘਰ ਦੇ ਵਿੱਚ ਅੱਜ ਕੱਲ੍ਹ ਕੋਵਿਡ-19 'ਚ ਜ਼ਿਆਦਾ ਚੀਜ਼ਾਂ ਅਫੈਕਟ ਕਰ ਰਹੀਆਂ ਨੇ। ਹਸਬੈਂਡ ਵਾਈਫ ਦੇ ਪਰਸਨਲ ਡਿਸਪਿਊਟ, ਪਰਸਨਲ ਟੈਂਸ਼ਨ ਜਾਂ ਪਰਸਨਲ ਛੋਟੇ ਛੋਟੇ ਨੋਕ ਝੋਕ ਅਤੇ ਲੜਾਈ ਝਗੜੇ, ਇਹ ਕਿੰਨੇ ਕੁ ਇਫੈਕਟ ਸਾਡੇ ਬੱਚਿਆਂ 'ਤੇ ਕਰਦੇ ਨੇ, ਇਹ ਕਿੰਨੇ ਕੁ ਸਾਡੀ ਜ਼ਿੰਦਗੀ ਦੇ ਵਿੱਚ ਨੈਗੇਟਿਵ ਚੀਜ਼ਾਂ ਨੂੰ ਅੱਗੇ ਲੈ ਕੇ ਆਉਂਦੇ ਨੇ। ਆਪਾਂ ਸ਼ੁਰੂ ਤੋਂ ਲਈਏ, ਇੱਕ ਹਸਬੈਂਡ ਵਾਈਫ ਜਦੋਂ ਵਿਆਹੇ ਜਾਂਦੇ ਨੇ, ਪਹਿਲੇ ਇੱਕ ਮਜ਼ਾਕ 'ਚ ਵੀ ਲੋਕ ਕਹਿੰਦੇ ਨੇ ਪਹਿਲੇ 2-3 ਸਾਲ ਬੜੇ ਸੋਹਣੇ ਨਿਕਲਦੇ। ਉਹ 2-3 ਸਾਲ ਕਿਉਂ ਵਧੀਆ ਨਿਕਲਦੇ ਨੇ, ਉਹਦੇ ਪਿੱਛੇ ਵੀ ਬੜਾ ਲੌਜੀਕਲ ਰੀਜ਼ਨ ਹੈਗਾ। ਕਿਉਂਕਿ ਅਸੀਂ ਇੱਕ ਐਕਸਾਈਟ ਹੁੰਦੇ ਹਾਂ, ਇੱਕ ਬੜੀ ਇੱਕ ਤਰ੍ਹਾਂ ਦੀ ਅੰਦਰੋਂ ਦੀ ਨਾ ਤਾਂਘ ਹੁੰਦੀ ਇੱਕ ਦੂਜੇ ਦੀ, ਨਵੀਂ ਜ਼ਿੰਦਗੀ 'ਚ ਪੈਰ ਰੱਖਦੇ ਹਾਂ। ਨਵੀਂ ਜ਼ਿੰਦਗੀ 'ਚ ਪੈਰ ਕੇ ਨਵੀਂ ਆਪਣੀ ਗ੍ਰਸਤੀ ਸ਼ੁਰੂ ਕਰਦੇ ਹਾਂ, ਨਵੇਂ ਪਰਸਨ ਨੂੰ ਆਪਣੀ ਜ਼ਿੰਦਗੀ 'ਚ ਵੈਲਕਮ ਕਰਦੇ ਆ। ਜਿਹੜੇ ਲੋਕ ਦਿਲੋਂ ਵੈਲਕਮ ਕਰਦੇ ਆ ਉਹਨਾਂ ਦਾ ਡਿਫਰੈਂਟ, ਅਤੇ ਜਿਹੜੇ ਲੋਕ ਇੱਕ ਵਿਆਹ ਨੂੰ ਵਿਆਹ ਵਾਂਗੂ ਦੁਨੀਆਦਾਰੀ ਸਮਝ ਕੇ ਵਿਆਹ ਕਰਦੇ ਨੇ ਉਹਨਾਂ ਦਾ ਡਿਫਰੈਂਟ। ਇੱਕ ਜਿਨ੍ਹਾਂ ਦੀ ਲਵ ਮੈਰਿਜ ਹੁੰਦੀ ਹੈ, ਲਵ ਬੇਸ 'ਤੇ ਲਵ ਮੈਰਿਜ, ਲਵ ਹੁੰਦਾ ਪਹਿਲਾਂ ਮਿਲਦੇ ਨੇ ਫਿਰ ਉਹਨਾਂ ਦਾ ਵਿਆਹ ਹੁੰਦਾ। ਇੱਕ ਹੁੰਦੀ ਹੈ ਕਿ ਵੀ ਨੋਨ ਈਚ ਅਦਰ, ਆਪਾਂ ਇੱਕ ਦੂਜੇ ਨੂੰ ਐਜ਼ ਏ ਫਰੈਂਡ ਜਾਣਦੇ ਹੁੰਦੇ ਹਾਂ, ਫਿਰ ਉਹਨਾਂ ਦਾ ਆਪਸ ਦੇ ਵਿੱਚ ਵਿਆਹ ਹੁੰਦਾ। ਇਹਨਾਂ ਦੇ 4-5 ਕੈਟਾਗਰੀਜ਼ ਨੇ ਮੈਰਿਜ ਦੀਆਂ। ਉਹ ਕੈਟਾਗਰੀਜ਼ ਦੇ ਬੇਸ ਦੇ ਉੱਤੇ ਤੁਹਾਡੀ ਗ੍ਰਸਤੀ ਕਿਹੜੀ ਬੈਕਗਰਾਊਂਡ ਤੋਂ ਤੁਸੀਂ ਸ਼ੁਰੂ ਕੀਤੀ ਹੈ। ਪਹਿਲਾਂ ਆਪਾਂ ਲੈ ਲੈਂਦੇ ਹਾਂ ਲਵ ਮੈਰਿਜ ਤੋਂ। ਹੁਣ ਇੱਕ ਟਰੈਂਡ ਹੋ ਗਿਆ ਕਿ ਸਾਰੇ ਬੱਚੇ ਕਹਿੰਦੇ ਆ ਮੈਂ ਪਹਿਲਾਂ ਡੇਟ ਕਰਨੀ ਜਾਂ ਪਹਿਲਾਂ ਜਾਣਨਾ ਅਤੇ ਫਿਰ ਵਿਆਹ ਕਰਾਉਣਾ। ਉਹ ਡੇਟਿੰਗ ਡਿਫਰੈਂਟ ਚੀਜ਼ ਆ, ਉਹ ਇੱਕ ਇੰਟਰੋਡਕਸ਼ਨ ਟੂ ਉਹ ਚੀਜ਼ ਦੇ ਉੱਤੇ। ਮੈਂ ਕਿਸੇ ਵੀ ਮੈਰਿਜ ਦੇ ਖਿਲਾਫ ਨਹੀਂ ਆ, ਚਾਹੇ ਲਵ ਮੈਰਿਜ ਆ, ਅਰੇਂਜ ਮੈਰਿਜ ਆ, ਜਾਂ ਐਜ਼ ਅ ਡੇਟਿੰਗ ਮੈਰਿਜ ਆ, ਜਾਂ ਆਪਣੇ ਫੈਮਿਲੀ ਦੇ ਵਿੱਚ ਹੁੰਦੀ ਆ। ਮੈਰਿਜ ਇਜ਼ ਮੈਰਿਜ, ਦੋ ਬੰਦਿਆਂ ਦੀ ਪਰਸਨਲ ਯੂਨੀਅਨ ਹੈਗੀ ਆ। ਉਹਦੇ ਵਿੱਚ ਆਪਾਂ ਐਜ਼ ਮੇਰੀ ਪਰਸਨਲ ਓਪੀਨੀਅਨ ਮੈਂ ਆਈ ਵੈਲਕਮ ਟੂ ਆਲ ਮੈਰਿਜ। ਅਤੇ ਮੈਰਿਜ ਲਾਈਫ ਦੇ ਇਫੈਕਟਸ ਕੀ ਨੇ ਮੇਰੇ ਆਪਣੇ ਐਕਸਪੀਰੀਅੰਸ ਦੇ ਨਾਲ। ਨਾ ਐਵਰੀਬਡੀ ਹੈਡ ਅ ਡਿਫਰੈਂਟ ਲੈਵਲ ਆਫ ਲਾਈਫ ਸਟਾਈਲ, ਡਿਫਰੈਂਟ ਲੈਵਲ ਆਫ ਅੰਡਰਸਟੈਂਡਿੰਗ, ਡਿਫਰੈਂਟ ਲੈਵਲ ਆਫ ਥਿੰਕਿੰਗ। ਕਿ ਜਿਹੜੀ ਮੇਰੀ ਥਿੰਕਿੰਗ ਹੈਗੀ ਆ ਉਹਦੇ ਬੇਸ 'ਤੇ ਮੈਂ ਇਹ ਸੋਚਦੀ ਹਾਂ, ਜੋ ਮੈਂ ਐਕਸਪੀਰੀਅੰਸ ਕੀਤਾ ਆਪਣੇ ਐਕਸਪੀਰੀਅੰਸ ਦੇ ਬੇਸ 'ਤੇ। ਜਿਹੜੀ ਤਾਂ ਲਵ ਮੈਰਿਜ ਹੁੰਦੀ ਆ ਉਹਦੇ ਵਿੱਚ ਲਵ ਮੈਰਿਜ ਦੇ ਵੀ 3-4 ਤਰ੍ਹਾਂ ਦੇ ਸਾਡੇ ਕਪਲ ਹੁੰਦੇ ਨੇ। ਇੱਕ ਤਾਂ ਲਵ ਮੈਰਿਜ ਹੁੰਦੀ ਹੈ ਜਿਹੜੀ ਕਿ ਐਜੂਕੇਟਿਡ ਪੀਪਲ, ਐਜੂਕੇਟਿਡ ਜਿਹੜੇ ਸਾਡਾ ਯੂਥ ਹੈ, ਸਕੂਲ ਕਾਲਜ ਦੇ ਵਿੱਚ ਇੱਕ ਦੂਜੇ ਨਾਲ ਪੜ੍ਹਦੇ, ਕੰਟੀਨਿਊਜ਼ ਉਹਨਾਂ ਦੀ ਲਾਈਫ ਦੇ ਵਿੱਚ ਪੈਰਲਰ ਇਕੱਠੇ ਪੜ੍ਹਦੇ ਆ, 5-7 ਸਾਲ ਇਕੱਠੇ ਰਹਿੰਦੇ ਨੇ, ਫਿਰ ਇੱਕ ਦੂਜੇ ਨੂੰ ਚਾਹੁੰਦੇ ਨੇ, ਇੰਟਰੈਕਸ਼ਨ ਹੁੰਦੀ ਹੈ, ਅੰਡਰਸਟੈਂਡਿੰਗ ਹੁੰਦੀ ਹੈ, ਐਜੂਕੇਸ਼ਨ ਲੈਵਲ ਸੇਮ ਹੁੰਦਾ, ਥਿੰਕਿੰਗ ਲੈਵਲ ਸੇਮ ਹੁੰਦਾ, ਦੂਜੇ ਦੇ ਗੁੱਡ ਐਂਡ ਬੈਡ ਨੂੰ ਲੈ ਕੇ ਉਹ ਆਪਣੇ ਆਪ ਜ਼ਿੰਦਗੀ ਦੇ ਵਿੱਚ ਸ਼ੁਰੂ ਹੁੰਦੇ ਨੇ। ਉਹ ਜਿਹੜੀ ਲਵ ਮੈਰਿਜ ਹੁੰਦੀ ਆ ਉਹਨੂੰ ਅੰਡਰਸਟੈਂਡਿੰਗ ਐਂਡ ਲਵ ਜਿਹਨੂੰ ਕਹਿੰਦੇ ਆ, ਲਵ ਐਂਡ ਦਿਮਾਗ, ਬ੍ਰੇਨ ਦੋਨੋਂ ਪੈਰਲਰ ਇੱਕ ਲਾਈਨ 'ਚ ਖੜ੍ਹੇ ਹੋ ਕੇ ਤੁਸੀਂ ਡਿਸੀਜ਼ਨ ਲੈਂਦੇ ਹੋ। ਉਹ ਜਿਹੜੇ ਡਿਸੀਜ਼ਨ ਹੁੰਦੇ ਨੇ ਦੇ ਵੈਰੀ ਨਾਈਸ। ਜਿੱਥੋਂ ਤੱਕ ਮੈਨੂੰ ਲੱਗਦਾ ਕਿ ਉਹ ਬੜੇ ਸਕਸੈਸਫੁਲ ਵੀ ਹੁੰਦੇ ਨੇ, ਕਿਉਂਕਿ ਉਹਨਾਂ ਦੇ ਵਿੱਚ ਐਜੂਕੇਸ਼ਨ, ਲੌਜਿਕ, ਲਵ ਐਂਡ ਬ੍ਰੇਨ ਸਾਰੀਆਂ ਚੀਜ਼ਾਂ ਐਡ ਨੇ। ਜਿਵੇਂ ਕਿ ਇੱਕ ਸਬਜ਼ੀ ਨੂੰ ਬਣਾਉਣ ਦੇ ਫੁੱਲ ਟੇਸਟ ਦੇ ਲਈ ਤੁਹਾਨੂੰ ਹਰ ਇੱਕ ਚੀਜ਼ ਦੀ ਲੋੜ ਹੈ। ਮਿਰਚ ਮਸਾਲੇ ਈਵਨ ਪ੍ਰੋਪਰ ਹੋਣ, ਤੜਕਾ ਪ੍ਰੋਪਰ ਹੋਵੇ ਤਾਂ ਹੀ ਚੀਜ਼ ਦਾ ਸਵਾਦ ਆਉਂਦਾ। ਉਹ ਮੈਰਿਜ ਇੱਕ ਚੰਗੇ ਤੜਕੇ ਵਾਲੀ ਹੁੰਦੀ ਹੈ ਜਿਹਦੇ ਵਿੱਚ ਇੱਕ ਗੁੱਡ ਅੰਡਰਸਟੈਂਡਿੰਗ ਦੇ ਨਾਲ ਲਾਈਫ ਸ਼ੁਰੂ ਕੀਤੀ ਜਾਂਦੀ, ਵਿਦ ਐਜੂਕੇਸ਼ਨ, ਵਿਦ ਅੰਡਰਸਟੈਂਡਿੰਗ ਐਂਡ ਮੈਚਿਓਰਿਟੀ। ਉਹਨਾਂ ਦੇ ਵਿੱਚ ਇੱਕ ਡੇਲੀ ਲਿਵਿੰਗ ਲਾਈਫ ਦੇ ਥੋੜ੍ਹੇ ਬਹੁਤੇ ਨੋਕ ਝੋਕ ਹੁੰਦੇ ਨੇ ਜਿਹੜੇ ਕਿ ਆਮ ਬੰਦੇ ਦੇ ਇੱਕ ਰਿਸ਼ਤੇ ਨੂੰ, ਜਿਹਨੂੰ ਆਪਾਂ ਕਹਿੰਦੇ ਗਰੰਟਿਡ ਰਿਲੇਸ਼ਨਸ਼ਿਪ ਨੂੰ ਲੈ ਕੇ ਕਰਦੇ ਹਾਂ। ਗਰੰਟਿਡ ਰਿਲੇਸ਼ਨਸ਼ਿਪ ਨੂੰ ਅਸੀਂ ਉਦੋਂ ਲੈਂਦੇ ਹਾਂ ਜਦੋਂ ਸਾਡਾ ਉਹਦੇ 'ਚ ਪਿਆਰ ਜਾਂ ਸਾਨੂੰ ਦੂਜਾ ਬੰਦਾ ਉਹ ਜਗ੍ਹਾ ਦਿੰਦਾ। ਜਿਨ੍ਹਾਂ ਦੇ ਵਿੱਚ ਸਾਨੂੰ ਉਹ ਜਗ੍ਹਾ ਨਹੀਂ ਮਿਲਦੀ ਉਹਨਾਂ ਨੂੰ ਅਸੀਂ ਗਰੰਟਿਡ ਨਹੀਂ ਲੈਂਦੇ। ਗਰੰਟਿਡ ਦੇ ਵੀ 2 ਡਿਫਰੈਂਟ ਕੈਟਾਗਰੀਜ਼ ਨੇ, ਇੱਕ ਤਾਂ ਗਰੰਟਿਡ ਨੈਗੇਟਿਵਲੀ ਲੈਣਾ, ਇੱਕ ਗਰੰਟਿਡ ਐਜ਼ ਅ ਲਵ ਐਂਡ ਕੇਅਰ ਲਈ ਲੈਣਾ। ਅਤੇ ਜਿਵੇਂ ਇੱਕ ਮਾਂ ਅਤੇ ਪੁੱਤ ਦਾ, ਛੋਟੇ ਬੱਚੇ ਦਾ ਉਹ ਗਰੰਟਿਡ ਰਿਲੇਸ਼ਨਸ਼ਿਪ ਹੁੰਦਾ, ਇੱਕ ਭੈਣ ਅਤੇ ਭਰਾ ਦਾ ਬਚਪਨ ਦਾ ਗਰੰਟਿਡ ਰਿਲੇਸ਼ਨਸ਼ਿਪ ਹੁੰਦਾ, ਫਾਦਰ ਅਤੇ ਬੱਚਿਆਂ ਦਾ ਇੱਕ ਗਰੰਟਿਡ ਰਿਲੇਸ਼ਨਸ਼ਿਪ ਹੁੰਦਾ। ਗਰੰਟਿਡ ਇਨ ਦ ਸੈਂਸ ਕਿ ਜੋ ਅਸੀਂ ਇੱਕ ਦੂਜੇ ਲਈ ਕਹਿੰਦੇ ਹਾਂ, ਕਰਦੇ ਹਾਂ,
ਵਿਦਆਊਟ ਅਨਕੰਡੀਸ਼ਨਲੀ ਕਰਦੇ ਆ। ਇਸੇ ਤਰ੍ਹਾਂ ਉਹ ਲਵ ਮੈਰਿਜ ਵੀ ਇੱਕ ਅਨਕੰਡੀਸ਼ਨਲ ਲਵ, ਅਨਕੰਡੀਸ਼ਨਲ ਪਿਆਰ, ਅਨਕੰਡੀਸ਼ਨਲ ਲਾਈਫ ਸਟਾਰਟ ਕਰਦੇ ਆ। ਉਹ ਲਾਈਫ ਸਮ ਪੁਆਇੰਟ ਬੜੀ ਸਕਸੈਸਫੁਲ ਹੁੰਦੀਆਂ ਨੇ। ਤੁਸੀਂ ਦੇਖ ਵੀ ਲਓ, ਤੁਸੀਂ ਮੇਰੇ ਤੋਂ ਜ਼ਿਆਦਾ ਸਿਆਣੇ ਹੋ ਜਿਨ੍ਹਾਂ ਦੀ ਲਾਈਫ ਹੈਗੀ ਹੈ। ਅਤੇ ਇੱਕ ਲਾਈਫ ਹੈਗੀ ਆ ਲਵ ਮੈਰਿਜ ਇਨਫਲੂਐਂਸ। ਜਿਹੜੇ ਬੱਚੇ ਪੜ੍ਹਦੇ ਨਹੀਂ ਹੁੰਦੇ ਲੇਕਿਨ ਜਾਂ ਕਿਤੇ ਜੋਬ ਕਰਦੇ ਆ ਜਾਂ ਕਿਤੇ ਰੈਂਡਮਲੀ ਕਿਧਰੇ ਆਉਂਦੇ ਜਾਂਦੇ ਕਿਸੇ ਨੂੰ ਆਪਣੀ ਜ਼ਿੰਦਗੀ 'ਚ ਦੇਖਿਆ ਅਤੇ ਇੱਕ ਇਨਫਲੂਐਂਸ ਇੰਟਰੈਕਸ਼ਨ ਹੁੰਦੀ ਹੈ ਦੋ ਬੱਚਿਆਂ ਦੇ ਵਿੱਚ, ਅਤੇ ਉਹਨਾਂ ਨੂੰ ਵਿਦਆਊਟ ਨੌਲੇਜ ਉਹਨੂੰ ਇੱਕ ਲਵ ਦਾ ਜਾਂ ਪਿਆਰ ਦਾ ਰੂਪ ਲੈ ਲੈਂਦੇ ਨੇ। ਇੱਕ ਏਜ 'ਤੇ ਸਟੇਜ ਹੁੰਦੀ ਹੈ ਜਿਹਦੀ ਨੌਲੇਜ ਨਹੀਂ ਹੁੰਦੀ, ਉਹ ਥੋੜ੍ਹਾ ਟਾਈਮ ਆਪਸ ਦੇ ਵਿੱਚ ਗੁਜ਼ਾਰਦੇ ਨੇ, ਉਹਨਾਂ ਨੂੰ ਚੰਗੇ ਮਾੜੇ ਦੀ ਸਮਝ ਨਹੀਂ ਹੁੰਦੀ, ਜ਼ਿੰਦਗੀ ਦੇ ਉਤਰਾਅ ਚੜ੍ਹਾਅ ਦਾ ਨਹੀਂ ਪਤਾ ਹੁੰਦਾ, ਬਿਫੋਰ ਐਂਡ ਆਫਟਰ ਮੈਰਿਜ ਦੇ ਐਕਸਪੀਰੀਅੰਸ ਦੇ ਬਾਰੇ ਨੌਲੇਜ ਨਹੀਂ ਹੁੰਦੀ, ਪਰ ਉਹ ਇੱਕ ਪਿਆਰ ਦੇ ਇਨਫਲੂਐਂਸ ਦੇ ਵਿੱਚ ਆ ਜਾਂਦੇ ਨੇ। ਉਹ ਕਿੰਨੀ ਵਾਰੀ ਆਊਟ ਆਫ ਕਾਸਟ ਵੀ ਹੁੰਦਾ, ਕਿਉਂਕਿ ਕਾਸਟ ਸਿਸਟਮ ਦੇ ਵਿੱਚ ਜਿਹੜਾ ਪਿਆਰ ਆ ਇਹ ਕਿਸੇ ਬਾਉਂਡਰੀ ਨੂੰ ਨਹੀਂ ਦੇਖਦਾ। ਦੈਟਸ ਵਾਈ ਆਪਾਂ ਉਹਨੂੰ ਕਹਿੰਦੇ ਹਾਂ ਲਵ ਇਜ਼ ਬਲਾਈਂਡ। ਫਿਰ ਉਹਦੇ ਵਿੱਚ ਕਿੰਨੀਆਂ ਸਾਰੀਆਂ ਚੀਜ਼ਾਂ ਵੀ ਆ ਜਾਂਦੀਆਂ ਨੇ। ਬੱਚੇ ਉਹ 'ਚ ਰੋਂਗ ਸਟੈਪ ਵੀ ਲੈ ਲੈਂਦੇ ਨੇ, ਜਾਂ ਉਹ ਦੌੜ ਕੇ ਵਿਆਹ ਕਰਾਉਂਦੇ ਨੇ ਕਿਉਂਕਿ ਉੱਥੇ ਲੈਕ ਆਫ ਐਜੂਕੇਸ਼ਨ ਆ, ਜਾਂ ਫਿਰ ਉਹ ਰੋਂਗ ਸਟੈਪ ਐਜ਼ ਏ ਗਰਲਫਰੈਂਡ ਬੋਏਫਰੈਂਡ ਨੂੰ ਜਾਂ ਲਵ ਨੂੰ ਫਿਜ਼ੀਕਲ ਰਿਲੇਸ਼ਨਸ਼ਿਪ ਦੇ ਦਿੰਦੇ ਨੇ ਬਿਫੋਰ ਦ ਮੈਰਿਜ। ਅਤੇ ਕਿੰਨੀ ਵਾਰੀ ਉਹ ਪਿਆਰ ਦੇ ਵਿੱਚ ਬਹੁਤ ਸਾਰੀਆਂ ਦਰਾੜਸ ਵੀ ਹੁੰਦੀਆਂ ਨੇ ਬਿਫੋਰ ਮੈਰਿਜ, ਪਰ ਉਹਨਾਂ ਦੀ ਇੱਕ ਮਜਬੂਰੀ ਜਿਹੜੇ ਸਮਾਜ 'ਚ ਅਸੀਂ ਰਹਿੰਦੇ ਹਾਂ ਇੱਕ ਮਜਬੂਰੀ ਬਣ ਜਾਂਦੀ ਹੈ ਕਿਉਂਕਿ ਦੇ ਬਿਕਮਸ ਫਿਜ਼ੀਕਲ। ਜਦੋਂ ਤੁਸੀਂ ਬਿਫੋਰ ਮੈਰਿਜ ਲਵ ਕਪਲ ਫਿਜ਼ੀਕਲ ਹੋ ਜਾਂਦੇ ਨੇ, ਕਿਤੇ ਨਾ ਕਿਤੇ ਉਹਨਾਂ ਨੂੰ ਇੱਕ ਅਬਲੀਗੇਸ਼ਨ ਹੋ ਜਾਂਦਾ ਵਿਆਹ ਕਰਾਉਣ ਦਾ ਇੱਕ ਦੂਜੇ ਨਾਲ, ਜਾਂ ਉਹ ਵਿਆਹ ਕਰਵਾ ਲੈਂਦੇ ਨੇ ਆਪਣੀ ਮਰਜ਼ੀ ਨਾਲ, ਅਬਲੀਗੇਟਡ ਵਿਦਆਊਟ ਅਬਲੀਗੇਟ। ਪਰ ਉਹਨਾਂ ਦੀ ਕਿਤੇ ਅੰਡਰਸਟੈਂਡਿੰਗ ਲੈਕ ਆਫ ਅੰਡਰਸਟੈਂਡਿੰਗ ਰਹਿੰਦੀ ਹੈ ਕਿਉਂਕਿ ਉਹਨਾਂ ਦਾ ਪਿਆਰ ਆ ਜਿਹੜਾ ਦਿਲੋਂ ਆ, ਫਲੂਐਂਸ ਲਵ ਆ, ਉਹਦੇ ਵਿੱਚ ਕੰਪਲੀਟ ਸਾਰੀਆਂ ਚੀਜ਼ਾਂ ਨਹੀਂ ਹੈਗੀਆਂ ਜਿਹਦੇ ਵਿੱਚ ਦਿਲ ਅਤੇ ਦਿਮਾਗ ਨੂੰ ਦੋਨਾਂ ਨੂੰ ਬਰਾਬਰ ਰੱਖ ਕੇ ਸੋਚ ਕੇ ਰਿਸ਼ਤੇ ਦਾ ਡਿਸੀਜ਼ਨ ਨਹੀਂ ਲਿਆ ਗਿਆ। ਉਹ ਰਿਸ਼ਤੇ ਦਾ ਡਿਸੀਜ਼ਨ ਉਹ ਮੈਰਿਜ ਦੇ ਵਿੱਚ ਸਭ ਤੋਂ ਜ਼ਿਆਦਾ ਕੰਪਲੀਕੇਸ਼ਨਸ ਆਉਂਦੀਆਂ ਨੇ ਕਿਉਂਕਿ ਇੱਕ ਘੁੰਮਣ ਫਿਰਨ ਦੀ ਲਾਈਫ, ਵਿਆਹ ਲਵ ਜਿਹੜਾ ਹੈਗਾ ਵਿਆਹ ਤੋਂ ਪਹਿਲਾਂ ਦੀ ਜ਼ਿੰਦਗੀ ਅਤੇ ਵਿਆਹ ਤੋਂ ਬਾਅਦ ਦੀ ਜ਼ਿੰਦਗੀ, ਉਹਦੇ ਵਿੱਚ ਇੱਕ ਜ਼ਮੀਨ ਅਸਮਾਨ ਦਾ ਫਰਕ ਆਉਂਦਾ ਹੈ। ਜਿਵੇਂ ਪਹਿਲਾਂ ਤੁਸੀਂ ਡੇਟਿੰਗ ਕਰਦੇ ਹੋ, ਜਾਂਦੇ ਆਉਂਦੇ ਹੋ, ਕਾਲ ਕਰਦੇ ਹੋ, ਤੁਹਾਨੂੰ ਇੱਕ ਦੂਜੇ ਤੋਂ ਬਿਨਾਂ ਰਹਿ ਨਹੀਂ ਸਕਦੇ, ਜਾਂ ਇੱਕ ਦੂਜੇ ਨੂੰ ਕਲੇਮ ਕਰਦੇ ਹੋ ਆਈ ਲਵ ਯੂ ਐਂਡ ਆਫਟਰ ਮੈਰਿਜ ਤੁਹਾਡੀ ਲਾਈਫ ਦੇ ਵਿੱਚ ਰਿਸਪੋਂਸੀਬਿਲਿਟੀਜ਼ ਆਉਂਦੀਆਂ ਨੇ। ਤੁਹਾਡੀ ਲਾਈਫ ਦੇ ਵਿੱਚ ਐਜ਼ ਏ ਡਾਟਰ ਇਨ ਲਾ, ਐਜ਼ ਏ ਸਨ ਇਨ ਲਾ, ਐਜ਼ ਏ ਸਨ ਬਿਕਮਸ ਮੈਰਿਡ ਕਪਲ ਰਿਸਪੋਂਸੀਬਿਲਿਟੀਜ਼। ਫਿਰ ਉਹਦੇ ਵਿੱਚ ਤੁਹਾਡੇ ਕੋਲ ਟਾਈਮ ਇੰਨਾ ਹੁੰਦਾ, ਤੁਸੀਂ ਇੱਕ ਦੂਜੇ ਨਾਲ ਸਮਝਦੇ ਹੋ, ਇੱਕ ਦੂਜੇ ਨੂੰ ਰਹਿੰਦੇ ਹੋ, ਅੰਡਰਸਟੈਂਡ ਕਰਦੇ ਹੋ ਐਜ਼ ਅ ਰੀਅਲ ਹਿਊਮਨ, ਐਜ਼ ਅ ਰੀਅਲ ਪਰਸਨ। ਤੁਹਾਡੀ ਪਰਸਨੈਲਿਟੀ ਉਦੋਂ ਬਾਹਰ ਆਉਂਦੀ ਜਦੋਂ ਤੁਹਾਡੀ ਮੈਰਿਜ ਹੋ ਜਾਂਦੀ ਕਿਉਂਕਿ ਤੁਸੀਂ ਉੱਥੇ ਇੱਕ ਘਰ ਦੇ ਵਿੱਚ ਰਹਿੰਦੇ ਹੋ ਕਿ ਤੁਸੀਂ ਡਿਊਲ ਲਾਈਫ ਜਾਂ ਡਬਲ ਸਟੈਂਡਰਡ 'ਚ ਨਹੀਂ ਹੁੰਦੇ ਕਿ ਇੱਕ ਲਵ ਮੈਰਿਜ ਆ, ਮੈਂ ਜਾ ਕੇ ਅੱਜ ਉਹਨੂੰ ਇੰਪ੍ਰੈਸ ਕਰਨਾ, ਉਹਨੂੰ ਅੱਜ ਉਹਨੂੰ ਮੈਂ ਸਭ ਤੋਂ ਜ਼ਿਆਦਾ ਜਿਤਾਉਣਾ ਕਿ ਮੈਂ ਉਹਨੂੰ ਪਿਆਰ ਕਰਦਾ, ਉਹ ਮੈਨੂੰ ਪਿਆਰ ਕਰਦੀ, ਇੱਕ ਦੂਜੇ ਲਈ ਹੁੰਦਾ। ਉੱਥੇ ਅਸੀਂ ਕਿਤੇ ਨਾ ਕਿਤੇ ਆਪਣੇ ਆਪ ਦੇ ਵਿੱਚ ਚਾਹੁੰਦੇ ਹੋਏ ਨਾ ਚਾਹੁੰਦੇ ਹੋਏ ਵੀ ਫੇਕ ਲਾਈਫ ਦਾ ਥੋੜ੍ਹਾ ਜਿਹਾ ਸਹਾਰਾ ਲੈ ਲੈਂਦੇ ਹਾਂ, ਜਾਂ ਫੇਕ ਲਵ ਦਾ ਕਹਿ ਲਓ, ਜਾਂ ਫੇਕ ਐਕਸਪ੍ਰੈਸ਼ਨ ਦਾ, ਜਾਂ ਫੇਕ ਸਟੈਂਡਰਡ ਆਫ ਲਿਵਿੰਗ ਦਾ। ਕਿੰਨੀਆਂ ਚੀਜ਼ਾਂ ਨੇ ਇਹਦੇ ਵਿੱਚ ਜਿਹਦਾ ਅਸੀਂ ਥੋੜ੍ਹਾ ਬਹੁਤਾ ਸਹਾਰਾ ਲੈ ਲੈਂਦੇ ਹਾਂ। ਜਦੋਂ ਸਹਾਰੇ ਲੈਂਦੇ ਇੱਕ ਦੂਜੇ ਲਈ ਇੰਪ੍ਰੈਸ਼ਨ ਜਾਂ ਇੱਕ ਪਿਕਚਰ ਬਣ ਜਾਂਦੀ ਹੈ, ਆਪਣੇ ਮਨ 'ਚ ਅਸੀਂ ਬਣਾ ਲੈਂਦੇ ਹਾਂ ਕਿਉਂਕਿ ਅਸੀਂ ਉਹਨੂੰ ਪਿਕਚਰ ਦਿਖਾਉਂਦੇ ਹਾਂ ਅਤੇ ਉਹ ਦੇਖ ਕੇ ਉਹ ਪਿਕਚਰ ਇੱਕ ਦੂਜਾ ਆਪਾਂ ਬਣਾ ਲੈਂਦੇ ਹਾਂ। ਜਦੋਂ ਮੈਰਿਜ ਤੋਂ ਬਾਅਦ ਉਹ ਰੀਅਲ ਪਿਕਚਰ ਸਾਹਮਣੇ ਆਉਂਦੀ ਹੈ, ਉਹ ਜੋ ਪਿਕਚਰ ਬਣੀ ਹੋਈ ਹੈ ਜਾਂ ਦੇਖੀ ਹੋਈ ਹੈ ਉਹ ਉੱਥੇ ਨਹੀਂ ਹੁੰਦੀ, ਜਾਂ ਬਣੀ ਹੋਈ ਪਿਕਚਰ ਨੂੰ ਅਸੀਂ ਮੇਨਟੇਨ ਨਹੀਂ ਕਰ ਸਕਦੇ। ਜਦੋਂ ਹੌਲੀ ਹੌਲੀ ਟੁੱਟਣੀ ਖੁੱਲ੍ਹਣੀ ਸ਼ੁਰੂ ਹੁੰਦੀ ਆ, ਕਰੈਕ ਹੁੰਦੀ ਆ, ਅਤੇ ਉੱਥੇ ਤੁਹਾਡੇ 'ਚ ਡਿਫਰੈਂਸਿਸ ਸ਼ੁਰੂ ਹੋ ਜਾਂਦੇ ਨੇ। ਜੇ ਉਹ ਪੁਰਾਣੇ ਲਿਫਾਫੇ ਦੀ ਜ਼ਿੰਦਗੀ ਦੇ ਵਿੱਚ ਜਿਉਣਾ ਕਿ ਰੋਜ਼ ਸਵੇਰੇ ਉੱਠ ਕੇ ਅਸੀਂ ਮੋਟਰਸਾਈਕਲ ਕਾਰ ਚੁੱਕ ਕੇ ਅਪ ਹਿੱਲ ਜਾਣਾ ਜਾਂ ਹੋਟਲ 'ਚ ਜਾਣਾ, ਬਾਹਰ ਖਾਣਾ, ਪਰ ਨਹੀਂ, ਉਹ ਜ਼ਿੰਦਗੀ ਹੁਣ ਚੇਂਜ ਹੋ ਗਈ ਹੈ। ਹੁਣ ਤੁਸੀਂ ਰਿਐਲਿਟੀ ਦੀ ਲਾਈਫ ਦੇ ਵਿੱਚ ਆ ਗਏ ਹੋ। ਉੱਥੇ ਐਜ਼ ਏ ਡਾਟਰ ਨਾਲ ਤੁਹਾਡੀਆਂ ਰਿਸਪੋਂਸੀਬਿਲਿਟੀਜ਼ ਨੇ, ਮੇਨਟੇਨਿੰਗ ਯੂਅਰ ਵੈਲਫੇਅਰ, ਮੇਨਟੇਨਿੰਗ ਯੂਅਰ ਲਾਈਫ ਸਟਾਈਲ, ਮੇਨਟੇਨਿੰਗ ਯੂਅਰ ਫਿਊਚਰ,
ਜਿਹੜਾ ਕਿ ਇੱਕ ਫਲੂਐਂਸ ਲਾਈਫ ਦੇ ਵਿੱਚ ਤੁਸੀਂ ਨਜ਼ਰਅੰਦਾਜ਼ ਕਰਦੇ ਹੋ, ਕਿਉਂਕਿ ਤੁਸੀਂ ਫਲੂਐਂਸ ਦੇ ਵਿੱਚ ਲਵ ਕੀਤਾ, ਨਾ ਕਿ ਤੁਸੀਂ ਐਜੂਕੇਸ਼ਨ ਲੈਂਦੇ ਲੈਂਦੇ ਕਿਸੇ ਲਾਈਫ ਪਾਰਟਨਰ ਨੂੰ ਫਰੋਮ ਦ ਬਿਗਨਿੰਗ ਟੂ ਐਂਡ 5-6 ਸਾਲਾਂ 'ਚ ਜਾਣ ਬੁੱਝ ਕੇ ਤੁਹਾਡਾ ਐਜੂਕੇਸ਼ਨ ਸੇਮ ਹੈ, ਤੁਹਾਡਾ ਕਰੀਅਰ ਸੇਮ ਹੈ, ਤੁਹਾਡੇ ਗੋਲ ਸੇਮ ਨੇ, ਉਹ ਨਹੀਂ ਪਿਕ ਕੀਤਾ। ਉਹ ਮੈਰਿਜ ਲਾਈਫ ਡਿਫਰੈਂਟ ਹੈ। ਇੱਥੇ ਲਵ ਵੀ 4-5 ਤਰ੍ਹਾਂ ਦੀ ਕੈਟਾਗਰੀ ਦਾ ਹੈਗਾ। ਜਿਹਨੂੰ ਲਵ ਮੈਰਿਜ, ਅਸੀਂ ਲੋਕਾਂ ਨੇ ਉਹਨੂੰ ਕੈਟਾਗਰੀਜ਼ਰਾਈਜ਼ ਨਹੀਂ ਕੀਤਾ, ਅਸੀਂ ਲਵ ਮੈਰਿਜ ਨੂੰ ਇੱਕੋ ਥਾਂ 'ਤੇ ਠੋਕਤਾ। ਉੱਥੇ ਕੀ ਆਉਂਦਾ, ਜਿਨ੍ਹਾਂ ਦੀ ਲਵ ਮੈਰਿਜ ਸਕਸੈਸ ਹੈ ਉਹ ਬੜੇ ਖੁਸ਼ ਨੇ, ਫਿਰ ਉਹ ਗੁੱਸੇ ਹੁੰਦੇ ਨੇ ਕਿ ਨਹੀਂ ਇਹ ਰੋਂਗ ਨਹੀਂ ਹੈਗਾ। ਜਿਨ੍ਹਾਂ ਦੀ ਸਕਸੈਸ ਨਹੀਂ, ਉਹ ਕਿਉਂ ਨਹੀਂ ਸਕਸੈਸ, ਉਹਨੂੰ ਅਸੀਂ ਨਹੀਂ ਦੇਖਦੇ ਕਿ ਉਹਦੀ ਬੈਕਗਰਾਊਂਡ ਕੀ ਹੈ, ਕਿਵੇਂ ਲਵ ਹੋਇਆ, ਕਿੱਥੋਂ ਦੀ ਬੈਕਗਰਾਊਂਡ ਹੈ, ਕਿਵੇਂ ਕਿਹੜੀ ਸਟੇਜ 'ਚ ਉੱਠ ਕੇ ਇਹਨਾਂ ਨੇ ਕੀਤਾ, ਅਸੀਂ ਉਹਨੂੰ ਨਹੀਂ ਕੈਟਾਗਰੀਰਾਈਜ਼ ਕਰਦੇ। ਉਹ ਬੱਚੇ ਲਵ ਮੈਰਿਜ ਨੂੰ ਇੱਕ ਸਕਸੈਸ ਕਪਲ ਦੀ ਲਵ ਮੈਰਿਜ ਦੇਖ ਕੇ ਉੱਥੇ ਉਹ ਡਿਸੀਜ਼ਨ ਲੈ ਰਹੇ ਨੇ, ਪਰ ਉਹਨਾਂ ਦੀ ਬੈਕਗਰਾਊਂਡ, ਉਹਨਾਂ ਦੀ ਬ੍ਰੇਨ ਡਿਵੈਲਪਮੈਂਟ, ਉਹਨਾਂ ਦੀ ਐਜੂਕੇਸ਼ਨ ਐਂਡ ਦੇਅਰ ਪੈਰਲਲ ਅੰਡਰਸਟੈਂਡਿੰਗ ਐਂਡ ਗੋਲ ਨੂੰ ਨਹੀਂ ਦੇਖਦੇ। ਉਹਨਾਂ ਨੂੰ ਇੰਨਾ ਪਤਾ ਕਿ ਇਹਨਾਂ ਲਵ ਮੈਰਿਜ ਕਰਾਈ ਹੋ। ਇੱਥੇ ਕੀ ਹੈ, ਲੈਕ ਆਫ ਐਜੂਕੇਸ਼ਨ, ਲੈਕ ਆਫ ਅਵੇਅਰਨੈਸ, ਲੈਕ ਆਫ ਅਡਲਟ ਐਜੂਕੇਸ਼ਨ। ਇੱਕ ਫਲੂਐਂਸ ਦੇ ਡਿਸੀਜ਼ਨ ਲੈਣੇ, ਇੱਕ ਦਿਲ ਤੇ ਦਿਮਾਗ ਨੂੰ ਇੱਕ ਲਾਈਨ 'ਚ ਰੱਖ ਕੇ ਡਿਸੀਜ਼ਨ ਲੈਣੇ, ਗੋਇੰਗ ਥਰੂ ਦ ਸੈਟ ਗੋਲ ਟੂ ਗੋ ਇਨ ਪੈਰਲਲ ਲਾਈਫ। ਜਿਹੜੀ ਪੈਰਲਲ ਲਾਈਫ ਦੇ ਵਿੱਚ ਦੋ ਬੱਚੇ ਆਪਸ ਵਿੱਚ ਇਕੱਠੇ ਪੜ੍ਹਦੇ ਆ, ਸਮਝਦੇ ਇੱਕ ਦੂਜੇ ਨੂੰ, ਉਹਨਾਂ ਦੇ ਲਾਈਫ ਦੇ ਗੋਲ ਸੈੱਟ ਨੇ, ਦੇ ਅੰਡਰਸਟੈਂਡ, ਦੇ ਮੇਕ ਮੈਚਿਓਰ ਡਿਸੀਜ਼ਨ, ਦ ਲਾਈਫ ਇਜ਼ ਸਕਸੈਸਫੁਲ, ਨੋ ਡਾਊਟ। ਉਹਦੇ ਵਿੱਚ ਵੀ ਜ਼ਿੰਦਗੀ ਨੂੰ ਸਟਾਰਟ ਕਰਦੇ ਆ, ਅਪ ਐਂਡ ਡਾਊਨ ਆਉਂਦੇ ਨੇ, ਪਰ ਉਹ ਬੱਚੇ ਇੰਨੇ ਸਮਝਦਾਰ ਹੁੰਦੇ, ਉਹਨਾਂ ਨੂੰ ਕਿਤੇ ਨਾ ਕਿਤੇ ਸਕਸੀਡ ਕਰ ਲੈਂਦੇ ਨੇ। ਦੇ ਹੈਡ ਐਬਿਲਿਟੀ ਟੂ ਹੈਂਡਲ ਦ ਸਟ੍ਰੈਸ, ਦੇ ਹੈਡ ਐਬਿਲਿਟੀ ਟੂ ਕੰਸੈਂਟ ਦੈਟ ਕਿ ਹਾਂ ਅਸੀਂ ਦੋਨਾਂ ਨੇ ਰਲ ਕੇ ਇਹ ਚੀਜ਼ ਨੂੰ ਅੱਗੇ ਨਿਕਲਣਾ, ਕੰਸੈਂਟ ਕੇ ਹਾਂ ਉਹਨੂੰ ਪਰਮਿਸ਼ਨ ਇੱਕ ਦੂਜੇ ਨੂੰ ਦੇਣੀ, ਆਪਾਂ ਇਹ ਕੰਮ ਕਰਨਾ, ਚਾਹੇ ਔਖਾ ਹੈਗਾ ਪਰ ਆਪਾਂ ਨੇ ਕਰ ਲੈਣਾ। ਉਹਨੂੰ ਕਹਿੰਦੇ ਆ ਇਕੁਅਲ ਅੰਡਰਸਟੈਂਡਿੰਗ। ਇਕੁਅਲ ਅੰਡਰਸਟੈਂਡਿੰਗ ਜਿਹੜੇ ਬੱਚੇ ਪੜ੍ਹੇ ਲਿਖੇ ਨੇ, ਐਜੂਕੇਸ਼ਨ, ਇਹ ਨਹੀਂ ਮੈਂ ਕਹਿੰਦੀ ਕਿ ਸਾਰੇ ਅਨਪੜ੍ਹ ਨੇ, +2 ਐਜੂਕੇਸ਼ਨ ਦੇ ਵਿੱਚ ਵੀ ਫਰਕ ਹੈ। ਇੱਕ ਐਜੂਕੇਸ਼ਨ ਤੁਸੀਂ ਸਿਟੀ ਦੇ ਲੈਣੀ ਆ, ਇੱਕ ਐਜੂਕੇਸ਼ਨ ਕਨਵੈਂਟ ਲੈਣੀ, ਇੱਕ ਗਵਰਨਮੈਂਟ ਲੈਣੀ ਹੈ। ਇੱਕ ਐਨਵਾਇਰਨਮੈਂਟਲੀ ਫਿੱਟ ਹੋਣਾ, ਨੋਨ ਫਿੱਟ ਹੋਣਾ। ਇੱਕ ਐਜੂਕੇਸ਼ਨ ਕਿਹੜੀ, ਆਰਟਸ ਦੀ ਲੈ ਰਹੇ ਹੋ, ਮੈਡੀਕਲ ਦੀ ਲੈ ਰਹੇ ਹੋ, ਲਾਅ 'ਚ ਲੈ ਰਹੇ ਹੋ, ਕਿਸ ਫੀਲਡ 'ਚ ਐਜੂਕੇਸ਼ਨ ਲੈ ਰਹੇ ਹੋ। ਐਜੂਕੇਸ਼ਨ ਇਜ਼ ਐਜੂਕੇਸ਼ਨ, ਬਟ ਕਿਹੜੇ ਐਨਵਾਇਰਨਮੈਂਟ 'ਚ ਲੈ ਰਹੇ ਹੋ। ਜਿਹੜੇ ਬੱਚੇ ਪਿੰਡਾਂ ਦੇ ਵਿੱਚੋਂ ਦੀ ਐਜੂਕੇਸ਼ਨ ਲੈਂਦੇ ਆ, ਉਹਨਾਂ ਦਾ ਲਾਈਫ ਸਟਾਈਲ ਡਿਫਰੈਂਟ ਹੋਏਗਾ। ਜੇ ਇੱਕ ਪਿੰਡ ਦੀ ਕੁੜੀ ਦੀ ਐਜੂਕੇਸ਼ਨ ਲਿੱਤੀ ਹੋਈ ਆ ਕੇ ਸ਼ਹਿਰ ਦੇ ਮੁੰਡੇ ਦੇ ਨਾਲ ਉਹ ਫਲੂਐਂਸ ਜਾਂਦੇ, ਫਲੂਐਂਸ ਦੇ ਵਿੱਚ ਉਹਨਾਂ ਦੋਨਾਂ ਦੀ ਅੰਡਰਸਟੈਂਡਿੰਗ ਡੇ ਐਂਡ ਨਾਈਟ ਹੋਏਗੀ। ਪਰ ਕਿਤੇ ਨਾ ਕਿਤੇ ਐਜ਼ ਅ ਫਲੂਐਂਸ ਜਸਟ ਓਨਲੀ ਲਵ, ਇਹ ਨਹੀਂ ਅਸੀਂ ਯੂਜ਼ ਕੀਤਾ, ਓਨਲੀ ਲਵ and raised between the 16 to 21 you can say, ਉਹ ਫਲੂਐਂਸ 'ਚ ਜਾ ਰਹੇ ਨੇ। ਉਹ ਇੱਕ ਇਹੋ ਜਿਹੀ ਮੇਲ ਐਂਡ ਫੀਮੇਲ ਨੈਚੁਰਲ ਅਟਰੈਕਸ਼ਨ ਹੁੰਦੀ ਹੈ ਕਿ ਤੁਸੀਂ ਜੋ ਮਰਜ਼ੀ ਕਰ ਲਓ, ਚੇਂਜ ਨਹੀਂ ਹੋ ਸਕਦੀ unless ਬੱਚਾ ਇਜ਼ ਐਜੂਕੇਟਡ, ਦੇ ਅੰਡਰਸਟੈਂਡ ਦ ਫੈਕਟਸ। ਅਡਲਟ ਐਜੂਕੇਸ਼ਨ ਦੇ ਉੱਤੇ ਜੇ ਅਸੀਂ ਉਹਨਾਂ ਨੂੰ ਐਜੂਕੇਟ ਕਰਦੇ ਤਾਂ, ਅਤੇ ਜਦੋਂ ਉਹ ਹੁੰਦੇ ਆ ਫਿਰ ਉੱਥੇ ਪ੍ਰੋਬਲਮ ਕੀ ਆਉਂਦੀਆਂ ਨੇ। ਸ਼ਹਿਰ ਦਾ ਮੁੰਡਾ ਬਹੁਤ ਤੇਜ਼ ਸੀ, ਸਾਡੀ ਕੁੜੀ ਨੂੰ ਫਸਾ ਲਿਆ, ਉਹ ਭੋਲੀ ਭਾਲੀ ਪਿੰਡ ਦੀ ਕੁੜੀ ਸੀ। ਨਹੀਂ, ਕਿਤੇ ਨਾ ਕਿਤੇ ਉਹ ਭੋਲੀ ਭਾਲੀ ਪਿੰਡ ਦੀ ਕੁੜੀ ਦੀ ਆਪਣੀ ਕੰਸੈਂਟ ਸੀ ਕਿਸੇ ਦੇ ਨਾਲ ਜਾਣ ਦੀ, ਕਿਸੇ ਦੇ ਨਾਲ ਅਟਰੈਕਟ ਹੋਣ ਦੀ, ਜਾਂ ਉਹਨੂੰ ਵੈਲਕਮ ਕਰਨੀ ਉਹਦੇ ਰਿਲੇਸ਼ਨ ਨੂੰ। ਜਦੋਂ ਅਸੀਂ ਦੋ ਬੱਚੇ ਕਿਸੇ ਦੇ ਰਿਲੇਸ਼ਨ ਨੂੰ ਵੈਲਕਮ ਕਰਦੇ ਆ, ਚਾਹੇ ਉਹ ਡੇਟ ਹੈ, ਚਾਹੇ ਉਹ ਲਵ ਹੈ, ਚਾਹੇ ਉਹ ਗੋਇੰਗ ਆਊਟ ਐਜ਼ ਗੁੱਡ ਫਰੈਂਡ ਹੈ। ਫਰੈਂਡਸ਼ਿਪ ਦੇ ਵਿੱਚ ਵੀ ਕੋਈ ਮਾੜੀ ਗੱਲ ਨਹੀਂ ਹੈ ਮੇਲ ਐਂਡ ਫੀਮੇਲ ਦੀ, ਪਰ ਤੁਸੀਂ ਇੱਕ ਫਰੈਂਡਸ਼ਿਪ ਨੂੰ ਵੈਲਕਮ ਕਰਦੇ, ਜੇ ਫਰੈਂਡਸ਼ਿਪ ਨੂੰ ਲਵ 'ਚ ਹੋ ਗਈ, ਲਵ ਤੋਂ ਅੱਗੇ ਚੇਂਜ ਹੋ ਗਈ, ਪਰ ਉਹਦੇ ਵਿੱਚ ਜੇ ਤੁਸੀਂ ਦੋਨੋਂ ਜਣੇ ਬੱਚੇ ਆਪਸ ਦੇ ਵਿੱਚ ਇਕੱਠੇ 4 ਤੋਂ 5 ਸਾਲ ਦੀ ਐਜੂਕੇਸ਼ਨ ਇਕੱਠੇ ਲੈਂਦੇ ਆ, ਉਹਨਾਂ ਦੇ ਗੋਲ ਸੈੱਟ ਨੇ, ਲਾਈਫ ਸਟਾਈਲ ਸੈੱਟ ਆ, ਉਹਨਾਂ ਦੀ ਅੰਡਰਸਟੈਂਡਿੰਗ ਹੈਗੀ ਆ, ਉਹਨਾਂ ਦੀ ਐਜੂਕੇਸ਼ਨ ਲੈਵਲ ਮੈਚ ਕਰਦਾ, ਮੈਨੂੰ ਲੱਗਦਾ ਕਿਤੇ ਵੈਰੀ ਰੇਅਰ ਹੋਏਗੀ ਇੰਨਾ ਜਿਹਾ ਗੈਪ ਜਿਹੜਾ ਬੱਚੇ ਔਨ ਦਾ ਟਾਈਮ ਉਹਨੂੰ ਰਿਕਵਰ ਕਰ ਲੈਂਦੇ ਨੇ। ਵੈਰੀ ਰੇਅਰ ਪ੍ਰੋਬਲਮ ਆ। ਜਿਹੜੇ ਬੱਚਿਆਂ ਦੀ ਫਲੂਐਂਸ ਮੈਰਿਜ ਹੁੰਦੇ ਆ, ਉਹਦੇ ਨਾਲ ਅੱਜ ਦੀ ਸਾਡੀ ਜਨਰੇਸ਼ਨ ਦਾ ਡਿਵੋਰਸ ਰੇਟ ਇਸ ਕਰਕੇ ਵਧਿਆ ਕੰਪੈਰੇਟਿਵਲੀ, ਜਾਂ ਲੈਕ ਆਫ ਐਜੂਕੇਸ਼ਨ, not the lack of education like degrees, economics ਦੀ MA, BA, doctor, engineer, ਉਹ ਨਹੀਂ। Education to get to know the life,
ਲਾਈਫ ਬਾਰੇ ਕਿੰਨਾ ਕੁ ਜਾਣਦੇ ਨੇ, ਜ਼ਿੰਦਗੀ ਬਾਰੇ ਕਿੰਨਾ ਕੁ ਜਾਣਦੇ, ਜਿਹਦੇ ਨਾਲ ਜ਼ਿੰਦਗੀ ਸਟਾਰਟ ਕਰਨ ਲੱਗਿਆ ਉਹਦੇ ਬਾਰੇ ਕਿੰਨਾ ਕੁ ਜਾਣਦੇ ਆ, ਜਾਂ ਉਹ ਦੋਨੋਂ ਸਾਈਡਾਂ ਤੋਂ। ਜਦੋਂ ਸਾਡੇ ਉੱਥੇ ਪ੍ਰੋਪਰਲੀ ਨਹੀਂ ਹੁੰਦਾ, ਅੱਜ ਦੇ ਜ਼ਮਾਨੇ ਦੀ ਦੌੜ ਦੇ ਵਿੱਚ ਹਰ ਇੱਕ ਬੱਚੇ ਨੂੰ ਲੱਗਿਆ ਮੈਂ ਉਹ ਤੋਂ ਅੱਗੇ। ਫਿਰ ਇੱਕ ਕੰਪੈਰੀਜ਼ਨ ਆਉਂਦਾ ਕਿ ਮੇਰੀ ਵਾਈਫ ਇਹੋ ਜਿਹੀ, ਅਸੀਂ ਇੱਕ ਮਾਡਲ ਬਣਾ ਲਿਆ ਦਿਮਾਗ ਦੇ ਵਿੱਚ ਕਿ ਮੇਰੀ ਵਾਈਫ ਇੱਦਾਂ ਦੀ ਹੋਣੀ ਚਾਹੀਦੀ ਹੈ, ਮੇਰਾ ਹਸਬੈਂਡ ਇੱਦਾਂ ਦਾ ਹੋਣਾ ਚਾਹੀਦਾ। ਪਰ ਉਹ ਫਲੂਐਂਸ 'ਚ ਅਸੀਂ ਵਿਆਹ ਕਰਾ ਲਿਆ ਹੋਇਆ, ਪਰ ਉਸ ਤੋਂ ਬਾਅਦ ਇੱਕ ਮਨ ਭਟਕਦਾ ਕੰਪੈਰੇਟਿਵ ਲਾਈਫ ਦੇ ਲਈ। ਉਹਦੀ ਵਾਈਫ ਇੱਦਾਂ ਦੀ ਹੈ, ਮੇਰੀ ਇੱਦਾਂ ਦੀ ਹੈ, ਉਹਦਾ ਹਸਬੈਂਡ ਇੱਦਾਂ ਦਾ, ਮੇਰਾ ਇੱਦਾਂ ਦਾ। ਫਿਰ ਉਹਦਾ ਹਸਬੈਂਡ ਇੰਨਾ ਪੜ੍ਹਿਆ, ਮੇਰਾ ਇੰਨਾ, ਉਹ ਕੰਪੈਰੇਟਿਵ ਹੋ ਗਿਆ। ਜਦੋਂ ਅਸੀਂ ਆਪਣੀ ਲਾਈਫ ਨੂੰ ਦੂਜੇ ਨਾਲ ਕੰਪੇਅਰ ਕਰਦੇ ਹਾਂ, ਆਪਣੇ ਬੈਡਰੂਮ ਨੂੰ ਆਪਣੇ ਆਪ ਨਾਲ ਨਹੀਂ ਕੰਪੇਅਰ ਕਰਦੇ, ਆਪਣੇ ਜ਼ਿੰਦਗੀ ਨੂੰ ਆਪਣੀ ਜ਼ਿੰਦਗੀ ਨਾਲ ਨਹੀਂ ਕੰਪੇਅਰ ਕਰਦੇ, ਦੂਜਿਆਂ ਦੇ ਨਾਲ ਕੰਪੇਅਰ ਕਰਦੇ, ਉੱਥੇ ਪ੍ਰੋਬਲਮ ਆਉਣੀ ਹੈ। ਹੁਣ ਪਰਸੈਂਟੇਜ ਹਾਈ ਹੋ ਗਈ ਕਿਉਂਕਿ ਗਲੋਬਲਾਈਜ਼ ਹੋ ਗਏ। It's easy to get into other person's life। ਪਰ ਕਿੰਨੀ ਵਾਰੀ ਹੁੰਦਾ ਸਾਨੂੰ ਜੋ ਲੋਕ ਦਿਖਾਉਣਾ ਚਾਹੁੰਦੇ ਆ ਉਹ ਆਪ ਨਹੀਂ ਹੁੰਦੇ, ਜੋ ਉਹ ਕਰਦੇ ਆ ਉਹ ਤੁਹਾਨੂੰ ਨਹੀਂ ਪਤਾ, ਜੋ ਤੁਹਾਨੂੰ ਦਿਖਾਉਂਦੇ ਉਹ ਕਰਦੇ ਨਹੀਂ। ਉਹਦਾ ਇੰਪੈਕਟ ਦੂਜਿਆਂ ਦੀ ਜ਼ਿੰਦਗੀ 'ਤੇ ਬਹੁਤ ਵੱਡਾ ਹੁੰਦਾ ਹੈ, ਕਿਉਂਕਿ ਜੋ ਤੁਸੀਂ ਦਿਖਾਉਂਦੇ ਹੋ ਉਹ ਬੰਦਾ ਉਹਨੂੰ ਸੀਰੀਅਸ ਲੈ ਕੇ ਉਹ ਚੀਜ਼ ਨੂੰ ਮੰਨਦਾ। ਜੋ ਕਿ ਅੱਜ ਕੱਲ੍ਹ ਚੱਲਿਆ ਹੈਗਾ ਫੇਸਬੁੱਕ, ਲਾਈਵ ਫੇਸਬੁੱਕ। ਜਿਵੇਂ ਪਹਿਲਾਂ ਹੁੰਦਾ ਸੀ ਲੋਕ ਅਮਰੀਕਾ ਕੈਨੇਡਾ 'ਚ ਟਰੈਵਲ ਕਰਦੇ, ਕਿਸੇ ਨੇ ਜਹਾਜ਼ ਦੀ ਪਿਕਚਰ ਪਾਤੀ, ਕਿਤੇ ਟਰੈਵਲ ਕਰਨ ਦੀ, ਕਿਤੇ ਪਾਰਟੀ ਦੀ ਪਾਤੀ, ਉਹਦਾ ਇੰਪੈਕਟ ਸਾਡੇ ਪੰਜਾਬ ਦੇ ਯੂਥ 'ਤੇ ਬਹੁਤ ਪਿਆ ਕਿ ਹਰ ਇੱਕ ਨੇ ਸੋਚਿਆ ਮੈਂ ਬਾਹਰ ਜਾਣਾ। ਉਹਨਾਂ ਨੂੰ ਇੱਕੋ ਚੀਜ਼ ਨਜ਼ਰ ਆਉਂਦੀ ਕਿ ਉੱਥੇ ਐਸ਼ ਬੜੀ ਹੁੰਦੀ ਹੈ, ਉੱਥੇ ਹਰ ਇੱਕ ਚੀਜ਼ ਬ੍ਰਾਂਡ ਬੜੀ ਈਜ਼ੀਲੀ, ਯੂ ਕੈਨ ਅਫੋਰਡ ਐਨੀਥਿੰਗ। ਵਨ ਪੁਆਇੰਟ ਇਜ਼ ਟਰੂ, ਪਰ ਇਹ ਨਹੀਂ ਕਿ ਜਾਂਦੇ ਆ ਇੰਨਾ ਈਜ਼ੀਲੀ ਅਫੋਰਡ ਕਰ। ਉਹਦੇ ਵਿੱਚ ਵੀ ਤੁਹਾਨੂੰ ਮਿਹਨਤ ਕਰਨੀ ਪੈਂਦੀ ਹੈ, ਸਟਰਗਲ ਕਰਨੀ ਪੈਂਦੀ ਹੈ, ਚਾਹੇ ਉਹ ਲਾਈਫ ਇੰਡੀਆ ਦੇ, ਚਾਹੇ ਬਾਹਰ ਦੀ ਹੈ, ਚਾਹੇ ਉਹ ਤੁਹਾਡੀ ਮੈਰਿਡ ਲਾਈਫ ਹੈ, ਚਾਹੇ ਤੁਹਾਡੀ ਉਹ ਲਵ ਮੈਰਿਜ, ਚਾਹੇ ਉਹ ਅਰੇਂਜ ਮੈਰਿਜ। ਸਟਰਗਲ ਤਾਂ ਹੈ। ਸਟਰਗਲ ਕਿੰਨੇ ਤਰ੍ਹਾਂ ਦੀ ਹੁੰਦੀ ਹੈ? ਸਟਰਗਲ ਪਰਸਨਲੀ, ਫਿਜ਼ੀਕਲੀ, ਮੈਂਟਲੀ ਐਂਡ ਇਮੋਸ਼ਨਲੀ। ਸਟਰਗਲ ਆ। ਜੇ ਹੁਣ ਤੁਸੀਂ ਕੈਟੇਗਰਾਈਜ਼ ਕਰ ਦੋਗੇ ਤਾਂ ਤੁਸੀਂ ਸਮਝ ਲਓਗੇ, ਨਹੀਂ ਤਾਂ ਹਰ ਇੱਕ ਬੰਦੇ ਨੇ ਸਟਰਗਲ ਦਾ ਇੱਕ ਵੱਡਾ ਬੈਲੂਨ ਬਣਾ ਕੇ ਛੱਡ ਦਿੱਤਾ। ਸਟਰਗਲ ਕੀਤੀ ਮੈਂ ਬੜਾ ਚੱਲਿਆ। ਦੇਖੋ, ਜਿਹੜਾ ਬੰਦਾ ਇੱਕ ਮਿਹਨਤ ਕਰਕੇ ਕਿਸੇ ਚੀਜ਼ ਦੇ ਉੱਤੇ ਮੁਕਾਮ 'ਤੇ ਪਹੁੰਚ ਕੇ ਉਸ ਚੀਜ਼ ਨੂੰ ਹਾਸਲ ਕਰਦਾ, ਉਹਨੂੰ ਤੁਸੀਂ ਸਟਰਗਲ ਕਹਿੰਦੇ ਹੋ, ਠੀਕ ਹੈ, ਪਰ ਉਹਦੇ ਉੱਤੇ ਮਾਣ ਕਰੋ ਕਿ ਮੈਂ ਸਟਰਗਲ ਕਰਕੇ ਇੱਥੇ ਪਹੁੰਚਿਆ। ਉਹਨੂੰ ਆਪਣੀ ਵੀਕਨੈਸ ਨਾ ਬਣਾਓ, ਉਹਨੂੰ ਮੈਂਟਲ ਸਟ੍ਰੈਸ ਨਾ ਬਣਾਓ। ਜੇ ਤੁਹਾਡੀ ਜ਼ਿੰਦਗੀ 'ਚ ਕਦੇ ਸਟ੍ਰੈਸ ਅਤੇ ਸਟਰਗਲ ਨਹੀਂ ਨਾ ਹੋਏਗੀ, ਤੁਹਾਡੀ ਲਾਈਫ ਬੜੀ ਬੋਰਿੰਗ ਹੋਏਗੀ। ਹੁਣ ਕੋਵਿਡ-19 ਤੋਂ ਇੱਕ ਸਿੱਖ ਲਓ। ਜਿਹੜੇ ਲੋਕ ਕਹਿੰਦੇ ਸੀ ਮੇਰੇ ਕੋਲ ਟਾਈਮ ਨਹੀਂ ਹੈ, ਰੱਬਾ ਕਦੀ ਛੁੱਟੀ ਹੋਵੇ, ਕੋਵਿਡ-19 ਦੇ ਵਿੱਚ ਕੀ ਹੋਇਆ? ਸਾਰੇ ਲੋਕਾਂ ਨੂੰ ਇਹ ਫੀਲ ਹੋਇਆ ਕਿ ਕੰਮ ਹੋਣਾ ਬਹੁਤ ਜ਼ਰੂਰੀ ਹੈ, ਕੰਮ ਤੋਂ ਬਿਨਾਂ ਜ਼ਿੰਦਗੀ ਨਹੀਂ। ਪਰ ਜਦੋਂ ਇੱਕ ਹਸਬੈਂਡ ਵਾਈਫ ਜਿਹੜੇ ਆਮ ਗੋਇੰਗ ਬੈਕ ਟੂ ਦ ਡਿਸਪਿਊਟ, ਜਿਹੜੇ ਲਵ ਮੈਰਿਜ ਹੋਈ ਹੈ, ਇੱਕੋ ਟਾਪਿਕ 'ਤੇ ਅੱਜ ਮੈਂ ਗੱਲ ਕਰਾਂਗੀ। ਲਵ ਮੈਰਿਜ ਜਿਹੜੀ ਔਨ ਫਲੂਐਂਸ, ਫਿਰ ਹੋਏਗੀ ਆਪਣੀ ਅਦਰ, ਇੱਕੋ ਉਹਦੇ ਵਿੱਚ ਨਹੀਂ ਖਤਮ ਹੋਏਗਾ। ਲਵ ਮੈਰਿਜ ਜਿਹੜੀ ਔਨ ਫਲੂਐਂਸ ਹੋਈ ਹੈ, ਜਿਹੜੇ 24 ਘੰਟੇ ਆਪਸ ਦੇ ਵਿੱਚ ਇਕੱਠੇ ਰਹਿੰਦੇ ਸੀ। ਕਾਲ ਕੀਤੀ, ਲੜਕੀ ਨੇ, ਲੜਕਾ ਜੰਪ ਕੀਤਾ, ਮਿਲ ਗਏ। ਲੜਕੇ ਨੇ ਕਾਲ ਕੀਤੀ, ਲੜਕੀ ਚਾਹੇ ਬਹਾਨਾ ਬਾਏ ਹੁੱਕ ਬਾਏ ਕਰੋ ਕੋ ਮਿਲ ਲਏ ਆਪਸ। ਜਦੋਂ ਮੈਰਿਜ ਹੋ ਗਈ ਉੱਥੇ ਰਿਸਪੋਂਸੀਬਿਲਿਟੀਜ਼ ਆ ਗਈਆਂ। ਉਹਨੇ ਜੋਬ 'ਤੇ, ਜੇ ਜੋਬ ਕਰਦਾ ਜੋਬ 'ਤੇ ਜਾਣਾ, ਜੇ ਐਗਰੀਕਲਚਰ ਜਾਏਗਾ। ਜੇ ਲੜਕੀ ਨੇ ਘਰੇ ਰਹਿਣਾ, ਉਹਨੇ ਕਿਚਨ ਦਾ ਕਰਨਾ। ਜੇ ਉਹਨੇ ਵੀ ਜੋਬ ਕਰਨੀ ਹੈ, ਜੋਬ 'ਤੇ ਜਾਏਗੀ। ਦੋਨੋਂ ਘਰੇ ਨੇ। ਲਾਈਫ ਸਟਾਈਲ ਥੋੜ੍ਹਾ ਚੇਂਜ ਹੋ ਗਿਆ, ਰਿਸਪੋਂਸੀਬਿਲਿਟੀਜ਼ ਆ ਗਈਆਂ। ਉੱਥੇ ਕੀ ਹੋਇਆ? ਇਰੀਟੇਸ਼ਨ ਆ ਗਈ, ਕਿਉਂਕਿ ਉਹਨਾਂ ਟਾਈਮ ਆਪਸ ਵਿੱਚ ਸਪੈਂਡ ਨਹੀਂ ਕਰ ਰਹੇ ਜੋ ਕਿ ਪਹਿਲਾਂ ਆਪਸ ਦੇ ਵਿੱਚ ਚੱਲਦਾ ਸੀ। ਪੇਰੈਂਟਸ ਦੇ ਸਿਰ 'ਤੇ ਕਹਿ ਲਓ, ਜੋ ਆਪਣੇ ਲੈਵਲ 'ਤੇ ਕਹਿ ਲਓ, ਵਿਦਆਊਟ ਟੇਕਿੰਗ ਦ ਰਿਐਲਿਟੀ ਆਫ ਲਾਈਫ, ਵਿਦਆਊਟ ਅੰਡਰਸਟੈਂਡਿੰਗ ਦਾ ਲਾਈਫ ਜਿਹੜੀ ਤੁਸੀਂ ਇੱਕ ਸ਼ੁਰੂ ਕਰਨੀ ਆ, ਅਤੇ ਉਹ ਤੁਹਾਡਾ ਜਿਹੜਾ ਇੱਕ ਬਬਲ ਸੀ ਉਹ ਬ੍ਰੇਕ ਹੋਣਾ। ਜਦੋਂ ਬ੍ਰੇਕ ਹੋਣਾ ਤਾਂ ਉਹਦੇ ਵਿੱਚ ਪ੍ਰੋਬਲਮ ਆਉਣੀ। ਕੋਈ ਉੱਥੇ ਦੋਨਾਂ ਦੀ ਫਾਈਟ ਹੁੰਦੀ ਆ, ਦੋਨੋਂ ਆਰਗੂਮੈਂਟ ਹੁੰਦਾ, ਅਤੇ ਉਹਨੂੰ ਬਲੇਮ ਕਰਦਾ, ਉਹਨੂੰ ਬਲੇਮ ਕਰਦਾ, ਇਕੁਅਲੀ ਤੁਸੀਂ ਦੋਨੋਂ ਰਿਸਪੋਂਸੀਬਲ ਹੋ। ਉੱਥੇ ਪੇਰੈਂਟਸ ਦੇ ਵਿੱਚ ਵੀ ਇੱਕ ਟੈਨਸ਼ਨ ਆ ਜਾਂਦੀ ਹੈ, ਦੋਨੋਂ ਪੇਰੈਂਟਸ ਨੂੰ ਵਿੱਚ ਆਉਣਾ ਪੈਂਦਾ, ਫਿਰ ਹੋਰ ਮੇਜਰ ਪ੍ਰੋਬਲਮ ਹੁੰਦੀ ਆ। ਮੈਂ ਹਰ ਇੱਕ ਬੱਚੇ ਨੂੰ ਜਿਨ੍ਹਾਂ ਨੇ ਫਲੂਐਂਸ 'ਚ ਮੈਰਿਜ ਕਰਾਈ ਆ, ਇੱਕ ਵਾਰੀ ਆਪਣੇ ਕਮਰੇ 'ਚ ਬੈਠ ਕੇ ਅੱਖਾਂ ਬੰਦ ਕਰਕੇ ਸੋਚਿਓ ਕਿ ਇਹ ਸਾਰੇ ਡਿਸੀਜ਼ਨ ਮੇਰੇ ਆਪਣੇ ਲਏ ਹੋਏ ਨੇ। ਮੈਨੂੰ ਪਤਾ ਸੀ ਮੇਲ ਐਂਡ ਫੀਮੇਲ, ਜਾਂ ਮੁੰਡਾ ਜਾਂ ਕੁੜੀ, ਇਹ ਮੇਰੇ ਡਿਸੀਜ਼ਨ ਨੇ। ਮੈਂ ਆਪ ਵਿਆਹ ਕਰਾਇਆ, ਹੁਣ ਮੈਂ ਇਹਨੂੰ ਆਪ ਵਰਕਆਊਟ ਕਰਨਾ। ਚਾਹੇ ਉਹ ਲੜਾਈ ਹੋ ਰਹੀ ਹੈ, ਚਾਹੇ ਝਗੜਾ ਹੋ ਰਿਹਾ। ਜੇ ਇਹ ਦੋਨਾਂ 'ਚ ਲੜਾਈ ਹੋ ਰਹੀ ਹੈ, ਇੱਕ ਜਣਾ ਚੁੱਪ ਕਰ ਜਾਏਗਾ, ਦੂਜੇ ਦਾ
ਟੈਂਪਰ ਲੋ ਹੋ ਜਾਏਗਾ। ਵਾਕਆਊਟ ਕਰ ਜਾਓ ਉਸ ਟਾਈਮ 'ਤੇ, ਹੌਲੀ ਹੌਲੀ ਤੁਹਾਡਾ ਵਰਕਆਊਟ ਕਰਨਾ ਹੋ ਜਾਏਗਾ। ਜੇ ਤੁਸੀਂ ਉੱਥੇ ਇੰਪਲਸਿਵ ਡਿਸੀਜ਼ਨ ਲੈ ਕੇ, ਇੱਕਦਮ ਡਿਸੀਜ਼ਨ ਲੈ ਕੇ ਇੱਕ ਪਾਸੇ ਤੋਂ ਡਿਪਾਰਟ ਹੋ ਗਏ ਜਾਂ ਗੱਲ ਮਗਾਲੀ ਹੋ ਗਏ, ਉੱਥੇ ਕੀ ਹੋਏਗਾ, ਲੋਕਾਂ ਦਾ ਮਸਲਾ ਬਣ ਜਾਊਗਾ, ਕਿਉਂਕਿ ਤੁਹਾਡੇ ਉਹ ਚੀਜ਼ ਕਮਰੇ ਤੋਂ ਬਾਹਰ ਆ ਰਹੀ ਹੈ। ਜਦੋਂ ਕਮਰੇ ਦੇ ਅੰਦਰ ਆ, ਉਹ ਤੁਹਾਡੀ ਪ੍ਰੋਬਲਮ ਐਜ਼ ਅ ਹਸਬੈਂਡ ਵਾਈਫ, ਐਜ਼ ਅ ਲਵਰਸ। ਜਦੋਂ ਤੁਹਾਡੇ ਕਮਰੇ ਤੋਂ ਬਾਹਰ ਆਈ, ਉਹ ਡਿਸਪਿਊਟ ਬਣ ਜਾਏਗਾ। ਜਿਵੇਂ ਕਮਰੇ ਤੋਂ ਬਾਹਰ ਆਈ, ਉਹ ਪਬਲਿਕ ਪਹਿਲੇ ਫੈਮਿਲੀ ਦਾ ਮੈਟਰ ਬਣੇਗਾ। ਫੈਮਿਲੀ ਨਹੀਂ ਹੈਂਡਲ ਕਰ ਸਕਦੀ, ਉਹ ਘਰ ਦਾ ਮੈਟਰ ਨਹੀਂ ਰਹਿਣਾ, ਉਹਨੇ ਮੁਹੱਲੇ ਦਾ ਮੈਟਰ ਬਣਨਾ। ਜਦੋਂ ਮੁਹੱਲੇ ਦੇ ਲੋਕਾਂ ਨੂੰ ਤੁਸੀਂ ਰਿਸ਼ਤੇਦਾਰ ਨੂੰ ਪਾਉਂਦੇ ਹੋ, ਉਹ ਤੁਹਾਡਾ ਹੋਰ ਵੀ ਵਿਗੜ ਜਾਂਦਾ। ਉਸ ਤੋਂ ਬਾਅਦ ਆਏਗਾ ਕੋਰਟ। ਫਿਰ ਜਦੋਂ ਕੋਰਟ ਚਲੇਗਾ, ਪਬਲਿਕ ਮੈਟਰ ਬਣ। ਫਿਰ ਤੁਸੀਂ ਭੁੱਲ ਜਾਓ ਕਿ ਉਹ ਰਸਤਾ ਵਾਪਸ ਆਉਣ ਦਾ ਰਹਿ ਗਿਆ, ਕਿਉਂਕਿ ਤੁਸੀਂ ਇੱਕ ਜਦੋਂ ਬੈਡਰੂਮ ਤੋਂ ਬਾਹਰ ਆ ਗਏ ਨਾ, ਇਹਦਾ ਮਤਲਬ ਤੁਸੀਂ ਕਿਤੇ ਨਾ ਕਿਤੇ ਆਪਸ ਦੇ ਵਿੱਚ ਸੈਲਫ ਕੌਨਫੀਡੈਂਸ ਲੂਜ਼ ਕਰ ਲਿਆ। ਤੁਹਾਨੂੰ ਆਪਣੇ ਰਿਸ਼ਤਿਆਂ 'ਤੇ ਇੰਨਾ ਜਿਹਾ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਕਮਰੇ ਤੋਂ ਬਾਹਰ ਜਾਣ ਤੋਂ ਪਹਿਲਾਂ ਹਾਂ, ਮੈਂ ਰਿਸ਼ਤੇ ਨੂੰ ਕੰਸੋਲ ਕਰ ਸਕਦੀ ਹਾਂ। ਵਿਆਹ ਕਰਾਉਣ ਤੋਂ ਪਹਿਲਾਂ ਇੰਨਾ ਸੋਚਣਾ ਬਹੁਤ ਜ਼ਰੂਰੀ ਹੈ ਕਿ ਕੱਲ੍ਹ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਕਿ ਉਹ ਪ੍ਰੋਬਲਮ ਨੂੰ ਮੈਂ ਮੈਨੇਜ ਕਰ ਲਾਂਗੀ। ਜੇ ਮੈਨੇਜ ਕਰ ਸਕਦਾ ਦੈਨ ਮੂਵ ਔਨ ਟੂ ਦ ਲਵ ਮੈਰਿਜ। ਜੇ ਤੁਸੀਂ ਲਵ ਮੈਰਿਜ ਕਰਵਾ ਲਈ, ਤੁਸੀਂ ਫਾਈਟ ਕਰ ਲਏ, ਅਤੇ ਉਹਨੂੰ ਤੁਸੀਂ ਰੂਮ 'ਚ ਕੰਸੋਲ ਕਰ ਸਕਦੇ ਹੋ, ਦੈਨ ਇਜ਼ ਯੂ ਆਰ ਦ ਰੀਅਲ ਕਪਲ, ਕਿਉਂਕਿ ਤੁਸੀਂ ਉਹ ਬਬਲ ਨੂੰ ਬ੍ਰੇਕ ਹੋਣ ਤੋਂ ਰੋਕ ਲਿਆ। ਪਰ ਬਬਲ ਦੇ ਵਿੱਚ ਰਹਿ ਕੇ ਵੀ ਤੁਸੀਂ ਉਹਨੂੰ ਵਰਕਆਊਟ ਕਰਨਾ ਚਾਹੁੰਦੇ ਆ। ਇਹ ਇੱਕ ਲੜਕੇ ਜਾਂ ਲੜਕੀ ਦੀ ਨਹੀਂ ਹੈ, ਇਹ ਕੁੱਲ ਦੋਨਾਂ ਦੇ ਪਾਰਟਨਰਸ ਦੀ ਰਿਸਪਾਂਸਿਬਿਲਿਟੀ ਹੈ। ਜੇ ਦੋਨੋਂ ਤੁਸੀਂ, ਹਾਂ ਇੱਕ ਟ੍ਰੇਨ ਚੱਲਦੀ, ਦੋ ਪਹੀਆਂ 'ਤੇ ਚੱਲਦੀ ਹੈ ਜਾਂ ਕਾਰ ਚੱਲਦੀ, ਉਹਦੇ ਟਾਇਰ ਵੀ ਡਿਫਰੈਂਟ ਹੁੰਦੇ ਨੇ। ਸਮ ਟਾਈਮ ਟਾਇਰ ਪੈਂਚਰ ਸੇਮ ਬ੍ਰਾਂਡ ਨਹੀਂ ਲੱਗਦਾ, ਸੇਮ ਵੇਅਰ ਟੇਅਰ ਨਹੀਂ ਆਉਂਦਾ, ਅਲੱਗ-ਅਲੱਗ ਹੋਏਗਾ, ਪਰ ਫਿਰ ਵੀ ਸਾਨੂੰ ਅਲਾਈਨਮੈਂਟ ਕਰਕੇ ਚਲਾਉਣਾ ਪੈਂਦਾ। ਇਸ ਤਰ੍ਹਾਂ ਤੁਸੀਂ ਜ਼ਿੰਦਗੀ ਦੀ ਅਲਾਈਨਮੈਂਟ ਕਰਕੇ ਚਲਾਉਣੀ ਹੈ। ਜ਼ਿੰਦਗੀ ਨੂੰ, ਉਹਨੂੰ ਦੁੱਖ ਸੁੱਖ ਨੂੰ ਆਪਣੀ ਤਾਕਤ ਬਣਾਉਣਾ, ਨਾ ਕਿ ਆਪਣੀ ਵੀਕਨੈਸ। ਉਹਦੇ ਵਿੱਚ ਰਿਸ਼ਤੇ ਤੋੜਨੇ ਨਹੀਂ, ਉਲਟਾ ਜੋੜਨੇ। ਇੱਕ ਦੂਜੇ ਨੂੰ ਸਪੇਸ ਦਿਓ, ਇੱਕ ਦੂਜੇ ਨੂੰ ਟਾਈਮ ਦਿਓ। ਜਦੋਂ ਤੁਹਾਡੇ ਆਪਸ ਦੇ ਰਿਸ਼ਤਿਆਂ ਦੇ ਵਿੱਚ ਥੋੜ੍ਹੀ ਜਿਹੀ ਸਪੇਸ ਦਿਓਗੇ ਨਾ ਜੀਣ ਲਈ, ਜਿਵੇਂ ਤੁਸੀਂ ਪਹਿਲਾਂ ਐਜ਼ ਅ ਲਵਰ ਘਰ ਰਾਤ ਨੂੰ ਜਾਂਦੇ, ਦੂਜੇ ਦਿਨ ਤੰਗ ਹੁੰਦੀ ਸੀ ਉੱਠਾਂ ਕੇ ਮਿਲਣ ਦੀ, ਇਸੇ ਤਰ੍ਹਾਂ ਹੀ ਰਿਸ਼ਤਿਆਂ ਵਿੱਚ ਥੋੜ੍ਹੀ ਜਿਹੀ ਸਪੇਸ ਦੇ ਕੇ ਉਹਦੇ ਵਿੱਚ ਅਟਰੈਕਸ਼ਨ ਵਧਾਓ, ਤਾਂ ਕਿ ਤੁਹਾਡੇ ਆਪਸ ਦੀ ਅੰਡਰਸਟੈਂਡਿੰਗ ਵੱਧ ਸਕੇ, ਤਾਂ ਕਿ ਤੁਸੀਂ ਇਕੱਠੇ ਰਹਿ ਕੇ ਇਹਨਾਂ ਲੜਾਈਆਂ ਝਗੜਿਆਂ ਨੂੰ ਇੱਕ ਫੈਮਿਲੀ ਦਾ ਰੂਪ ਦੇ ਸਕੋ। ਕਿੰਨੀ ਵਾਰੀ ਲੜਾਈ ਝਗੜੇ ਵੀ ਸਾਨੂੰ ਕਾਫੀ ਕੁਝ ਸਿੱਖਣ ਨੂੰ ਦਿੰਦੇ ਆ, ਪਰ ਉਹ ਜੇ ਕਮਰੇ ਦੇ ਅੰਦਰ ਰਹਿਣ। ਜੇ ਉਹ ਤੁਹਾਡੇ ਬੈਡਰੂਮ ਤੋਂ ਬਾਹਰ ਆ ਗਏ, ਫਿਰ ਉਹ ਪੇਰੈਂਟਸ ਦਾ ਇੱਕ ਮਸਲਾ ਹੋ ਜਾਊਗਾ। ਪੇਰੈਂਟਸ ਤੋਂ ਬਾਹਰ ਆ ਗਏ, ਤੁਹਾਡੇ ਮੁਹੱਲੇ ਦਾ, ਮੁਹੱਲੇ ਤੋਂ ਬਾਹਰ ਆਏ ਅਤੇ ਉਹ ਪਬਲਿਕ ਦਾ। ਜਦੋਂ ਪਬਲਿਕ ਦੇ ਵਿੱਚ ਆ ਗਏ, ਫਿਰ ਤੁਸੀਂ ਹਸਬੈਂਡ ਵਾਈਫ ਨਹੀਂ ਰਹਿ ਗਏ, ਤੁਸੀਂ ਇੱਕ ਪਬਲਿਕ ਮੈਟਰ ਬਣ ਗਏ ਹੋ। ਪਬਲਿਕ ਮੈਟਰ ਕਿਹਨੇ ਬਣਾਇਆ? ਤੁਸੀਂ ਆਪ ਬਣਾਇਆ। ਤੁਸੀਂ ਕਿਸੇ ਨੂੰ ਦੋਸ਼ ਨਹੀਂ ਦੇਣਾ, ਕਿਉਂਕਿ ਅਸੀਂ ਹਮੇਸ਼ਾ ਕਹਿੰਦੇ ਉਹਨੇ ਸਿਖਾਇਆ, ਉਹਦੇ ਕਰਕੇ ਟੁੱਟੀ, ਉਹਦੇ ਕਰਕੇ ਹੋਇਆ। ਨਹੀਂ, ਕਿਤੇ ਨਾ ਕਿਤੇ ਅਸੀਂ ਆਪ ਖੁਦ ਰਿਸਪਾਂਸਿਬਲ ਨਾ, ਆਪਣੇ ਓਨ ਡਿਸੀਜ਼ਨ ਦੇ, ਓਨ ਰਿਸਪਾਂਸਿਬਿਲਿਟੀ ਦੇ, ਓਨ ਅੰਡਰਸਟੈਂਡਿੰਗ ਦੇ ਬਿਟਵੀਨ ਹਸਬੈਂਡ ਐਂਡ ਵਾਈਫ। ਥੈਂਕ ਯੂ ਵੈਰੀ ਮਚ। ਨੈਕਸਟ ਮੈਂ ਇਹਨੂੰ ਕੰਪਲੀਟ ਕਰਾਂਗੀ ਟੋਪਿਕ ਨੰਬਰ 2 'ਚ। ਥੈਂਕ ਯੂ ਜੀ।